ਕਈ ਵਾਰ ਅਜੀਬ ਘਟਨਾਵਾਂ ਵਾਪਰਦੀਆਂ ਹਨ। ਇੱਕ ਮੀਟਿੰਗ ਵਿੱਚ ਸਰਕਾਰੀ ਅਧਿਕਾਰੀਆਂ ਦੀਆਂ ਸੁਣਦੇ ਚੰਦਰ ਸ਼ੇਖਰ ਕੁਰਸੀ ਉੱਤੇ ਹੀ ਸੌਂ ਗਏ। ਸ਼ਾਇਦ ਬਹੁਤ ਦੇਰ ਤੱਕ ਕੰਮ ਕਰਦੇ ਰਹੇ ਸਨ। ਇਸ ਮੀਟਿੰਗ ਵਿੱਚ ਸਾਰੇ ਹੀ ਉੱਚ ਅਧਿਕਾਰੀ ਬੈਠੇ ਸਨ। ਕਾਫੀ ਦੇਰ 3-4 ਮਿੰਟ ਬਾਅਦ ਅੱਖ ਖੁੱਲ੍ਹੀ। ਇੱਕ ਮੀਟਿੰਗ ਵਿੱਚ ਚੌਧਰੀ ਦੇਵੀ ਲਾਲ ਤੇ ਸੁਬੋਧ ਕਾਂਤ ਬਹਿਸ ਪਏ। ਚੌਧਰੀ ਕਹੇ ਕਿ ਖਾਦਾਂ ਉੱਤੇ ਸਬਸਿਡੀ ਦੇਣੀ ਚਾਹੀਦੀ ਹੈ ਕਿਉਂਕਿ 1 ਕਿਲੋ ਖਾਦ ਨਾਲ 7-8 ਕਿਲੋ ਚੌਲ ਜਾਂ ਕਣਕ ਪੈਦਾ ਹੁੰਦੀ ਹੈ। ਜੇ ਸਬਸਿਡੀ ਦੇਵਾਂਗੇ ਤਾਂ ਕਿਸਾਨ ਜ਼ਿਆਦਾ ਖਾਦ ਵਰਤਣਗੇ ਤੇ ਖੇਤੀ ਪੈਦਾਵਾਰ ਵਧੇਗੀ। ਸੁਬੋਧ ਕਾਂਤ ਕਹੇ ਕਿ ਜੇ 1 ਕਿਲੋ ਖਾਦ ਨਾਲ 7 ਕਿਲੋ ਅਨਾਜ ਵੱਧ ਹੁੰਦਾ ਹੈ ਤਾਂ ਸਬਸਿਡੀ ਦੀ ਲੋੜ ਹੀ ਨਹੀਂ। ਇਸ ਵਿੱਚ ਕਿਸਾਨ ਨੂੰ ਬਹੁਤ ਲਾਭ ਹੈ ਤੇ ਖਾਦ ਦੀ ਵਰਤੋਂ ਉਹਨੇ ਆਪਣੀ ਆਪ ਕਰਨੀ ਹੈ। ਚੌਧਰੀ ਦੀ ਪੇਸ਼ ਨਾ ਜਾਏ ਤੇ ਹੋਰ ਕੋਈ ਬੋਲੇ ਨਾ। ਮੈਂ ਇਹ ਆਮ ਦੇਖਿਆ ਸੀ ਕਿ ਪ੍ਰਧਾਨ ਮੰਤਰੀ ਦੀ ਮੀਟਿੰਗ 'ਚ ਸੀਨੀਅਰ ਅਧਿਕਾਰੀ ਜਿਵੇਂ ਸਰਦਾਰ ਮਨਮੋਹਨ ਸਿੰਘ, ਮੰਟੇ ਕਾਹਲੂਵਾਲੀਆ, ਪ੍ਰਿੰਸੀਪਲ ਸੈਕਟਰੀ ਆਦਿ ਬਹੁਤ ਘੱਟ ਬੋਲਦੇ ਸੀ। ਕਈ ਵਾਰ ਤਾਂ ਸਾਰੀ ਮੀਟਿੰਗ ਦੌਰਾਨ ਇੱਕ ਵਾਕ ਵੀ ਮੂੰਹ 'ਚੋਂ ਨਹੀਂ ਸੀ ਕੱਢਦਾ ਕੋਈ ਵੀ। ਮੈਨੂੰ ਬਹੁਤ ਵਾਰ ਇੰਝ ਮਹਿਸੂਸ ਹੁੰਦਾ ਸੀ ਜਿਵੇਂ ਕਿ ਜਾਣ-ਬੁੱਝ ਕੇ ਕੋਈ ਮਸ਼ਵਰਾ ਦੇਣ ਜਾਂ ਟਿੱਪਣੀ ਤੋਂ ਗੁਰੇਜ਼ ਕੀਤਾ ਜਾ ਰਿਹਾ ਹੋਵੇ। ਇਹਦਾ ਜ਼ਿਕਰ ਮੈਂ ਇੱਕ ਵਾਰ ਚੰਦਰ ਸ਼ੇਖਰ ਦੇ ਇੱਕ ਨਿੱਜੀ ਦੋਸਤ ਕੋਲ ਕੀਤਾ ਜੋ ਮੇਰੇ ਲਈ ਵੀ ਕਾਫੀ ਨੇੜੇ ਸੀ। ਮੈਂ ਵੇਖਿਆ ਕਿ ਉਹ ਵੀ ਇੰਝ ਹੀ ਮਹਿਸੂਸ ਕਰਦਾ ਸੀ। ਇਹਨਾਂ ਦਿਨਾਂ 'ਚ ਸ਼ਰਦ ਜੋਸ਼ੀ ਜੋ ਛੇਤਕਾਰੀ ਸੰਗਠਨ ਦਾ ਪ੍ਰਧਾਨ ਸੀ ਤੇ ਜਿਹਦੇ ਕੁਝ ਮੈਂਬਰ ਪਾਰਲੀਮੈਂਟ ਵਿੱਚ ਵੀ ਸਨ ਦੀ ਬੜੀ ਚੜ੍ਹਤ ਸੀ। ਉਹਦਾ ਵਿਚਾਰ ਸੀ ਕਿ ਸਨਅਤੀ ਨੀਤੀ ਵਾਂਗ ਖੇਤੀ ਨੀਤੀ ਵੀ ਹੋਣੀ ਚਾਹੀਦੀ ਹੈ। ਉਹਨੂੰ ਖੇਤੀ ਮੰਤਰਾਲੇ 'ਚ ਇੱਕ ਸਲਾਹਕਾਰ ਕਮੇਟੀ ਬਣਾ ਕੇ ਉਹਦਾ ਪ੍ਰਧਾਨ ਬਣਾਇਆ ਹੋਇਆ ਸੀ। ਉਹਨੇ ਇੱਕ ਲੰਬਾ ਚੌੜਾ ਖੇਤੀ ਨੀਤੀ ਦਾ ਖਰੜਾ ਤਿਆਰ ਕੀਤਾ। ਆਖਰ ਪ੍ਰਧਾਨ ਮੰਤਰੀ ਨਾਲ ਸਾਡੀ ਮੀਟਿੰਗ ਹੋਈ। ਇਸ ਵਿੱਚ ਉੱਚ ਅਧਿਕਾਰੀ ਤੋਂ ਸਿਵਾਏ ਚੌਧਰੀ ਦੇਵੀ ਲਾਲ, ਯੋਜਨਾ ਕਮਿਸ਼ਨ ਦਾ ਡਿਪਟੀ ਚੇਅਰਮੈਨ ਮੈਂਬਰ ਪ੍ਰੋਫੈਸਰ ਸ਼ੇਰ ਸਿੰਘ ਆਦਿ ਸਾਰੇ ਹਾਜ਼ਰ ਸਨ। ਪਹਿਲਾ ਫੈਸਲਾ ਹੋਇਆ ਕਿ ਪਾਲਿਸੀ ਇੱਕ ਇਨਕਲਾਬੀ ਤਬਦੀਲੀ ਹੋਣੀ ਚਾਹੀਦੀ ਹੈ। ਦੂਜੀ ਇਹ ਕਿ ਖੇਤੀ ਕੀਮਤਾਂ ਦਾ ਖਰਚਿਆਂ ਦੇ ਆਧਾਰ 'ਤੇ ਇੱਕ ਫਾਰਮੂਲੇ ਹੇਠ ਮਿਥਿਆ ਜਾਣਾ ਚਾਹੀਦਾ ਹੈ। ਤੀਜੇ ਇਹ ਕਿ ਔਰਤਾਂ ਲਈ ਜੁਦੀ ਯੋਜਨਾ ਅਧੀਨ ਖੇਤੀ 'ਚ ਖਾਸ ਥਾਂ ਹੋਣੀ ਚਾਹੀਦੀ ਹੈ। ਕੋਈ ਕੁਝ ਵੀ ਨਹੀਂ ਸੀ ਬੋਲ ਰਿਹਾ। ਜੋਸ਼ੀ ਸਾਹਿਬ ਜੋਸ਼ ਨਾਲ ਬੋਲੀ ਜਾਣ। ਆਖਰ ਮੈਂ ਸਵਾਲ ਕੀਤਾ, ਜੀ ਠੀਕ ਹੈ, ਇਹ ਪਾਲਿਸੀ ਖੇਤੀ ਸੈਕਟਰ 'ਚ ਇੱਕ ਇਨਕਲਾਬੀ ਤਬਦੀਲੀ ਹੋਏਗੀ, ਇਹ ਕਹਿਣਾ ਬਣਦਾ ਹੈ, ਪਰ ਇਸ ਖਰੜੇ 'ਚ ਕਿਹੜੀ ਪਾਲਿਸੀ ਹੈ ਜਾਂ ਪ੍ਰੋਗਰਾਮ ਦਰਜ ਹੈ ਜੋ ਇਸ ਦੇਸ਼ 'ਚ ਪਿਛਲੇ 40 ਸਾਲਾਂ ਤੋਂ ਨਹੀਂ ਅਪਣਾਇਆ ਜਾ ਰਿਹਾ। ਦੂਸਰੇ, ਖੇਤੀ ਕੀਮਤਾਂ ਕਿਵੇਂ ਨਿਰਧਾਰਿਤ ਕੀਤੀਆਂ ਜਾਣਗੀਆਂ। ਇਹ ਤਾਂ ਪ੍ਰੋਫੈਸ਼ਨਲ ਮਾਹਰਾਂ ਦਾ ਕੰਮ ਹੈ ਕਿ ਨੀਤੀ ਤੇ ਸਿਸਟਮ ਤਿਆਰ ਕਰਨ। ਇੱਕ ਸਿਸਟਮ ਇਸੇ ਆਧਾਰ 'ਤੇ 3 ਦਹਾਕਿਆਂ ਤੋਂ ਚੱਲ ਰਿਹਾ। ਇਹ ਕਿਹੜਾ ਪ੍ਰੋਫੈਸ਼ਨਲ ਫੋਰਮ ਹੈ ਕਿ ਅਸੀਂ ਇੱਥੇ ਫੈਸਲਾ ਕਰੀਏ ਕਿ ਕੀਮਤਾਂ ਕਿਸ ਆਧਾਰ 'ਤੇ ਨਿਰਧਾਰਿਤ ਕੀਤੀਆਂ ਜਾਣ। ਪ੍ਰਧਾਨ ਮੰਤਰੀ, ਡਿਪਟੀ ਪ੍ਰਧਾਨ ਮੰਤਰੀ ਤੇ ਅਸੀਂ ਸਾਰੇ ਕਿਵੇਂ ਇਸ ਪ੍ਰੋਫੈਸ਼ਨਲ ਪੱਖ ਦੇ ਮਾਹਰ ਬਣ ਗਏ। ਜੇ ਜੋਸ਼ੀ ਸਾਹਿਬ ਕੋਲ ਕੋਈ ਐਸੀ ਤਜਵੀਜ਼ ਹੈ ਤਾਂ ਇਸ ਲਈ ਚੁਣਵੇਂ 10-20 ਅਰਥ ਸ਼ਾਸਤਰੀਆਂ ਦੀ ਕਾਨਫਰੰਸ ਕੀਤੀ ਜਾਏ, ਉਸ 'ਚ ਆਪਣਾ ਫਾਰਮੂਲਾ ਪੇਸ਼ ਕਰ ਦੇਣ। ਇਹ ਤਾਂ ਖੇਤੀ ਨੀਤੀ ਬਣਾਉਣ ਦਾ ਤੇ ਕੱਚੀਆਂ ਪੱਕੀਆਂ ਪਾਸ ਕਰਨ ਦਾ ਕੋਈ ਤਰੀਕਾ ਨਹੀਂ। ਸਾਰੇ ਸਹਿਮਤ ਹੋ ਗਏ ਤੇ ਮੀਟਿੰਗ ਇੱਕ ਡਰਾਫਟਿੰਗ ਕਮੇਟੀ ਬਣਾ ਕੇ ਅੱਧੇ ਘੰਟੇ ਵਿੱਚ ਹੀ ਬਰਖਾਸਤ ਹੋ ਗਈ। ਡਰਾਫਟ ਕਮੇਟੀ ਵਿੱਚ ਵੀ ਬਾਅਦ 'ਚ ਇਹੋ ਝਗੜਾ ਰਿਹਾ ਤੇ ਖੇਤੀ ਪਾਲਿਸੀ ਤੇ ਕੋਈ ਹਾਲ ਸਵਾਦ ਦਾ ਖਰੜਾ ਤਿਆਰ ਨਾ ਹੋ ਸਕਿਆ ਜੋ ਸਾਰਿਆਂ ਨੂੰ ਮਨਜ਼ੂਰ ਹੋਵੇ। ਇਹੋ ਜਿਹੀਆਂ ਕਈ ਮੀਟਿੰਗਾਂ ਵਿੱਚ ਵਿਚਾਰ ਵਟਾਂਦਰਾ ਹੁੰਦਾ ਸੀ ਜੋ ਉੱਥੇ ਕਰਨਾ ਵਾਜਬ ਹੀ ਨਹੀਂ ਸੀ ਹੁੰਦਾ। ਮਿਸਾਲ ਵਜੋਂ ਇੱਕ ਮੀਟਿੰਗ 'ਚ ਇਹ ਬਹਿਸ ਹੋ ਰਹੀ ਸੀ ਕਿ ਖਾਦ ਕਿੰਨੀ ਬਾਹਰੋਂ ਦਰਾਮਦ ਕੀਤੀ ਜਾਏ ਤੇ ਇਸ ਲਈ ਕਿੰਨੇ ਪੈਸੇ ਰਾਖਵੇਂ ਰੱਖੇ ਜਾਣ। ਖਾਦਾਂ ਦੀ ਜ਼ਿੰਮੇਵਾਰੀ ਵਜ਼ਾਰਤ, ਖੇਤੀ ਵਜ਼ਾਰਤ ਤੇ ਹੋਰ 25-30 ਅਧਿਕਾਰੀ ਸਨ। ਜਦ ਫੈਸਲਾ ਹੋਣ ਲੱਗਾ ਤਾਂ ਮੈਂ ਪ੍ਰਧਾਨ ਮੰਤਰੀ ਤੋਂ ਆਗਿਆ ਲੈ ਕੇ ਕਿਹਾ ਕਿ ਇਹ ਮਾਮਲਾ ਇਸ ਮੀਟਿੰਗ 'ਚ ਨਹੀਂ ਵਿਚਾਰਿਆ ਜਾਏ ਕਿ ਖਾਦਾਂ ਦਰਾਮਦ ਕਰਨੀਆਂ ਹਨ ਜਾਂ ਨਹੀਂ ਕਰਨੀਆਂ ਹਨ, ਕਿੰਨੀਆਂ ਕਰਨੀਆਂ ਨੇ, ਕਿੰਨਾ ਪੈਸਾ ਇਸ ਲਈ ਰਾਖਵਾਂ ਰੱਖਿਆ ਜਾਏ। ਇਹ ਬੜਾ ਨਾਜ਼ੁਕ ਮਸਲਾ ਹੈ। ਜੇ ਇਸ ਚੀਜ਼ ਦੀ ਮਾੜੀ ਮੋਟੀ ਭਿਣਕ ਵੀ ਪੈ ਜਾਏ ਕਿ ਅਸੀਂ ਖਾਦਾਂ ਦਰਾਮਦ ਕਰਨ ਲੱਗੇ ਹਾਂ ਤਾਂ ਅੰਤਰਰਾਸ਼ਟਰੀ ਮੰਡੀ 'ਚ ਖਾਦਾਂ ਦੇ ਭਾਅ ਚੜ੍ਹ ਜਾਣੇ ਨੇ, ਕਿਉਂਕਿ ਭਾਰਤ ਦੀ ਥੋੜ੍ਹੀ ਦਰਾਮਦ ਵੀ ਚੋਖੀ ਮਿਕਦਾਰ ਹੁੰਦੀ ਹੈ। ਇਹ ਫੈਸਲਾ ਦੋਹਾਂ ਸਕੱਤਰਾਂ, ਖੇਤੀ ਤੇ ਖਾਦ ਵਜ਼ਾਰਤ ਦੇ ਦੋਹਾਂ ਮੰਤਰੀਆਂ ਤੇ ਵਿੱਤ ਮੰਤਰੀ ਤੇ ਪ੍ਰਧਾਨ ਮੰਤਰੀ ਵਿਚਕਾਰ ਹੀ ਹੋਣਾ ਚਾਹੀਦਾ ਹੈ। ਬਹੁਤ ਅਹਿਤਿਆਤ ਵਰਤਣੀ ਚਾਹੀਦੀ ਹੈ। ਇਹਦੀ ਖਬਰ ਬਾਹਰ ਨਹੀਂ ਨਿਕਲਣੀ ਚਾਹੀਦੀ। ਇਹਦੇ ਨਾਲ ਹੀ ਮੀਟਿੰਗ ਬਰਖਾਸਤ ਹੋ ਗਈ। ਮੈਂ ਵੇਖਿਆ ਇਹਨਾਂ ਗੱਲਾਂ ਵੱਲ ਉਸ ਵਕਤ ਕੋਈ ਖਾਸ ਧਿਆਨ ਨਹੀਂ ਸੀ ਦਿੰਦਾ। ਇਸ ਸਰਕਾਰ ਵਿੱਚ ਅੰਨੇ ਨੂੰ ਬੋਲਾ ਘੜੀਸੀ ਫਿਰਦਾ ਜਾਪਦਾ ਸੀ। ਕੋਈ ਕਿਸੇ ਦੀ ਘੱਟ ਹੀ ਸੁਣਦਾ ਸੀ। ਹਰ ਕੋਈ ਆਪੋ ਆਪਣੀ ਤੂਤੀ ਵਜਾਈ ਫਿਰਦਾ ਸੀ। ਕੋਈ ਸਿਸਟਮ ਜਾਂ ਡਿਸਿਪਲਨ ਨਹੀਂ ਸੀ। ਇਹ ਸਾਰੇ ਜਾਣਦੇ ਸਨ ਕਿ ਸਰਕਾਰ ਥੋੜ੍ਹਾ ਚਿਰਦੀ ਹੈ, ਇਸ ਕਰਕੇ ਸੀਰੀਅਸ ਕੰਮ ਘੱਟ ਹੁੰਦਾ ਸੀ। ਇੰਝ ਲੱਗਦਾ ਸੀ ਕਿ ਸਰਕਾਰੀ ਦਫ਼ਤਰਾਂ ਵਿੱਚ ਜਿਵੇਂ ਕੋਈ ਗੰਭੀਰਤਾ ਹੈ ਹੀ ਨਹੀਂ। ਸਿਆਸੀ ਕਿਆਸਰਾਈਆਂ ਤੇ ਚੱਕੜਬਾਜੀ ਜ਼ਿਆਦਾ ਚੱਲਦੀ ਸੀ। ਇੰਝ ਜਾਪਦਾ ਸੀ ਜਿਵੇਂ ਸਰਕਾਰ ਦਾ ਕੋਈ ਕੰਟਰੋਲ ਹੀ ਨਾ ਹੋਵੇ। ਮੈਂ ਤਾਂ ਚੰਦਰ ਸ਼ੇਖਰ ਦੀ ਸਰਕਾਰ ਵੇਲੇ ਚੌਧਰੀ ਸਾਹਿਬ ਨੂੰ ਬੇਨਤੀ ਕਰਕੇ ਮਾਰਚ ਵਿੱਚ ਆਪਣੀ ਨੌਕਰੀ ਛੱਡ ਕੁਝ ਮਹੀਨਿਆਂ ਲਈ ਬਾਹਰ ਅਮਰੀਕਾ ਚਲਾ ਗਿਆ ਸੀ। ਵਾਪਸ ਆਇਆ ਤਾਂ ਕਾਂਗਰਸ ਦੀ ਨਵੀਂ ਸਰਕਾਰ ਬਣ ਚੁੱਕੀ ਸੀ।
ਘੱਟ ਗਿਣਤੀ ਸਰਕਾਰ ਸੀ ਇਹ ਵੀ, ਪਰ ਛੇਤੀ ਟੁੱਟਣ ਵਾਲੀ ਨਹੀਂ ਸੀ। ਸਰਦਾਰ ਮਨਮੋਹਨ ਸਿੰਘ ਵਿੱਤ ਮੰਤਰੀ ਬਣ ਚੁੱਕੇ ਸਨ ਤੇ ਉਹਨਾਂ ਨੇ ਸਨਅਤੀ, ਤਜਾਰਤੀ, ਵਿੱਤ ਅਤੇ ਅੰਦਰੂਨੀ ਪ੍ਰਸ਼ਾਸਕ ਨੀਤੀਆਂ 'ਚ ਕਾਫੀ ਇਨਕਲਾਬੀ ਤਬਦੀਲੀਆਂ ਲਿਆਂਦੀਆਂ ਸਨ। ਪ੍ਰਧਾਨ ਮੰਤਰੀ ਸ੍ਰੀ ਨਰਸਿਮਹਾ ਰਾਓ ਨੇ ਵੀ ਇਹ ਕੌਂਸਲ ਬਦਲੀ ਨਹੀਂ ਸੀ। ਨਰਸਿਮਹਾ ਰਾਓ ਨਾਲ ਕੌਂਸਲ ਦੀਆਂ 3 ਮੀਟਿੰਗਾਂ ਹੋਈਆਂ। ਨਰਸਿਮਹਾ ਰਾਓ ਮੀਟਿੰਗ ਵਿੱਚ ਇੰਝ ਬੈਠਦੇ ਸਨ ਜਿਵੇਂ ਘਰ ਦਾ ਬਜ਼ੁਰਗ ਬਾਕੀਆਂ ਨਾਲ ਗੱਲਬਾਤ ਕਰਦਿਆਂ ਆਪਣਾ ਰੋਹਬ ਰੱਖਦਾ ਹੈ। ਜੋ ਉਹ ਸਮਝਦੇ ਸਨ ਉਹਨਾਂ ਦੀ ਰਾਏ 'ਚ ਠੀਕ ਹੈ, ਉਸ ਬਾਰੇ ਉਲਟ ਦਲੀਲ ਸੁਣਨੀ ਚੰਗੀ ਨਹੀਂ ਸੀ ਲੱਗਦੀ। ਜਿੱਥੇ ਕੋਈ ਮਸਲਾ ਹੋਵੇ ਉੱਥੇ ਸਵਾਲ ਸਪਸ਼ਟ ਤੇ ਸਿੱਧੇ ਹੁੰਦੇ ਸਨ ਕਿ ਇਹ ਕਦਮ ਚੁੱਕਿਆ ਜਾਵੇ ਕਿ ਨਾ, ਇਹ ਦੱਸੋ ਕੀ ਕੀਤਾ ਜਾਏ, ਜੇ ਇੰਝ ਕੀਤਾ ਤਾਂ ਇਹ ਹੋ ਜਾਏਗਾ, ਜੇ ਇੰਝ ਕੀਤਾ ਤਾਂ ਉਹ ਹੋ ਜਾਏਗਾ ਵਰਗੇ ਜਵਾਬ ਉਹਨਾਂ ਨੂੰ ਪਸੰਦ ਨਹੀਂ ਸੀ। ਪਰ ਅਸੀਂ ਤਾਂ ਸਾਰੇ ਅਰਥ ਸ਼ਾਸਤਰੀ ਸਾਂ, ਸਾਨੂੰ ਤਾਂ ਇਸ ਢੰਗ ਨਾਲ ਜਵਾਬ ਦੇਣ ਦੀ ਆਦਤ ਪਈ ਹੀ ਸੀ। ਆਦਤ ਤੋਂ ਮਜਬੂਰ ਅਸੀਂ ਕਈ ਵਾਰ ਸਿੱਧੇ ਸਵਾਲ ਦਾ ਜਵਾਬ ਦਿੰਦਿਆਂ ਫਸ ਜਾਂਦੇ ਸਾਂ। ਕਈ ਹਾਲਤਾਂ ਵਿੱਚ ਸਵਾਲ ਦਾ ਇੱਕ ਟੁੱਕ ਜਵਾਬ ਦੇਣਾ ਮੁਸ਼ਕਿਲ ਵੀ ਹੁੰਦਾ ਅਤੇ ਬਹੁਤ ਵਾਰ ਵਾਜਬ ਵੀ ਹੁੰਦਾ, ਬਹੁਤ ਵਾਰ ਵਾਜਬ ਵੀ ਨਹੀਂ ਹੁੰਦਾ। ਮੈਂ ਤੇ ਡਾਕਟਰ ਰੰਗਰਾਜਨ ਇੰਝ ਹੀ ਇੱਕ ਵਾਰ ਫਸ ਗਏ। ਇਹ ਨਹੀਂ ਕਿ ਜਵਾਬ ਨਹੀਂ ਸੀ ਸਾਡੇ ਕੋਲ, ਸਗੋਂ ਇਹ ਕਿ ਇੱਕ ਟੂਕ ਇਹ ਕਹਿਣਾ ਕਿ ਇੰਝ ਕਰੋ ਠੀਕ ਨੀਤੀ ਨਹੀਂ ਸੀ। ਪ੍ਰਧਾਨ ਮੰਤਰੀ ਅੜੇ ਹੋਏ ਸਨ ਕਿ ਇਹ ਦੱਸੋ ਕਿ ਮੈਂ ਕਰਾਂ ਜਾਂ ਨਾ ਕਰਾਂ। ਮਾਮਲਾ ਪੇਂਡੂ ਬੱਚਤਾਂ ਦਾ ਸੀ ਅਤੇ ਖੇਤੀ ਕਰਜ਼ਿਆਂ ਦਾ ਸੀ। ਆਖਰ ਜੋ ਅਸੀਂ ਜਵਾਬ ਦਿੱਤਾ, ਪ੍ਰਧਾਨ ਮੰਤਰੀ ਦੀ ਤਸੱਲੀ ਹੋ ਗਈ ਤਾਂ ਸਾਡੀ ਜਾਨ ਛੁੱਟੀ। ਆਖਰੀ ਮੀਟਿੰਗ ਵਿੱਚ ਉਹਨਾਂ ਵਿੱਤ ਮੰਤਰੀ, ਖੇਤੀ ਮੰਤਰੀ, ਯੋਜਨਾ ਮੰਤਰੀ ਆ 3-4 ਵਜ਼ੀਰ ਵੀ ਸੱਦੇ ਹੋਏ ਸਨ। ਕੌਂਸਲ ਨੇ ਆਪਣੀ ਰਿਪੋਰਟ ਪੇਸ਼ ਕੀਤੀ। ਅਸੀਂ ਤਿੰਨਾਂ ਨੇ ਆਪੋ ਆਪਣੀ ਟਿੱਪਣੀ ਤੇ ਰਾਏ ਪੇਸ਼ ਕੀਤੀ। ਡਾਕਟਰ ਕੇਨ ਰਾਜ ਨੇ ਫਿਰ ਉੱਕਾ ਮੀਟਿੰਗ ਵਿੱਚ ਇੱਕ ਲਫ਼ਜ਼ ਨਹੀਂ ਬੋਲਿਆ। ਨਰਸਿਮਹਾ ਰਾਓ ਦੇ ਕਹਿਣ 'ਤੇ ਵੀ ਜਵਾਬ ਦਿੱਤਾ ਕਿ ਮੈਂ ਕੁਝ ਨਹੀਂ ਕਹਿਣਾ, ਰਿਪੋਰਟ ਠੀਕ ਹੈ। ਬੜੀ ਅਜੀਬ ਜਿਹੀ ਗੱਲ ਲੱਗੀ ਮੈਨੂੰ ਪ੍ਰੋਫੈਸਰ ਰਾਜ ਦੀ, ਜੋ ਇੱਕ ਮੰਨਿਆ ਪਰਮੰਨਿਆ ਅਰਥ ਸ਼ਾਸਤਰੀ ਹੈ। ਉਹਨੇ ਸਾਡੀਆਂ 4 ਸਾਲ ਅੰਦਰੂਨੀ ਮੀਟਿੰਗਾਂ ਸਾਰੀਆਂ ਅਟੈਂਡ ਕੀਤੀਆਂ ਅਤੇ ਪ੍ਰਧਾਨ ਮੰਤਰੀਆਂ ਨਾਲ ਸਿਰਫ 2, ਇੱਕ VP ਸਿੰਘ ਨਾਲ ਅਤੇ ਇੱਕ ਰਾਓ ਸਾਹਿਬ ਨਾਲ। ਪ੍ਰਧਾਨ ਮੰਤਰੀਆਂ ਨਾਲ ਇਹਨਾਂ ਮੀਟਿੰਗਾਂ ਵਿੱਚ ਉੱਕਾ ਕੋਈ ਗੱਲ ਨਹੀਂ ਕੀਤੀ ਅਤੇ ਅੰਦਰੂਨੀ ਮੀਟਿੰਗਾਂ ਵਿੱਚ ਵੀ ਘੱਟ ਵੱਧੀ। ਹਾਲੇ ਡਾਕਟਰ ਰੰਗਰਾਜਨ ਨੇ ਆਪਣਾ ਵਿਚਾਰ ਪੇਸ਼ ਕਰਨਾ ਸ਼ੁਰੂ ਹੀ ਕੀਤਾ ਸੀ ਕਿ ਖੇਤੀ ਮੰਤਰੀ ਬਲਰਾਮ ਜਾਖੜ ਵਿੱਚ ਹੀ ਬੋਲ ਪਿਆ। ਰੰਗਰਾਜਨ ਨੇ ਇੱਕ ਅੱਧੀ ਵਾਰ ਕੁਝ ਕਹਿਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਤਿੰਨਾਂ ਮੰਤਰੀਆਂ 'ਚ ਹੋੜ ਲੱਗ ਚੁੱਕੀ ਸੀ ਆਪੋ ਆਪਣਾ ਇਮੇਜ ਬਣਾਉਣ ਦੀ। ਜਾਟ ਤਬੀਅਤ ਬਲਰਾਮ ਜਾਖੜ ਐਸਾ ਰੋੜੇ ਪਿਆ ਕਿ ਰੁਕਣ ਦਾ ਨਾਂ ਹੀ ਨਾ ਲਏ। ਕਹੇ ਸਭ ਪਾਲਿਸੀਆਂ ਫਜ਼ੂਲ ਨੇ। ਮੈਂ ਪੰਜਾਬ 'ਚ ਅੰਗੂਰਾਂ ਦੀ ਕਾਸ਼ਤ ਸ਼ੁਰੂ ਕੀਤੀ, ਹੋਰ ਤਾਂ ਕੀ ਮੇਰੀ ਮਾਂ ਵੀ ਕਹੇ ਇਹ ਕੀ ਕਰਨ ਲੱਗਾ ਹੈ। ਹੁਣ ਪੰਜਾਬ ਇੰਨਾ ਅੰਗੂਰ ਉਗਾਉਣ ਲੱਗ ਪਿਆ, ਸਭ ਪ੍ਰੋਗਰਾਮ ਛੱਡ ਮੈਨੂੰ 5000 ਪੰਜਾਬ ਕਿਸਾਨ ਦਿਓ, ਮੈਂ ਬਿਹਾਰ, ਉੜੀਸਾ, ਪੂਰਬੀ UP 'ਚ ਪੰਜਾਬ ਪੱਧਰ ਦੀ ਖੇਤੀ ਬਣਾ ਦਿਆਂਗਾ। ਗੱਲ ਕੀ ਐਡਵਾਈਜ਼ਰੀ ਕੌਂਸਲ ਦੀ ਤਾਂ ਕਿਸੇ ਸੁਣੀ ਨਾ, ਆਪੋ ਆਪਣੀਆਂ ਮੰਤਰੀਆਂ ਨਹੀਂ ਮਾਰੀਆਂ। 1 ਘੰਟੇ ਦਾ ਵਕਤ ਸੀ, ਪ੍ਰਧਾਨ ਮੰਤਰੀ ਨੇ ਕਿਤੇ ਜਾਣਾ ਸੀ, ਸੋ ਮੀਟਿੰਗ ਬਰਖਾਸਤ ਹੋ ਗਈ। ਉੱਠਣ ਲੱਗਿਆ ਪ੍ਰਧਾਨ ਮੰਤਰੀ ਨੇ ਕਿਹਾ, ਡਾਕਟਰ ਜੌਲ, ਮੈਂ ਤੇਰੇ ਨਾਲ ਇੱਕ ਲੰਬਾ ਵਿਚਾਰ ਵਟਾਂਦਰਾ ਕਰਾਂਗਾ, 2-4 ਕਿਸਾਨ ਵੀ ਸੱਦਾਂਗਾ। ਮੈਂ 7 ਵਚਨ ਕਿਹਾ ਤੇ ਅਸੀਂ ਸਾਰੇ ਬਾਹਰ ਆ ਗਏ। ਇਸ ਤੋਂ ਬਾਅਦ ਮਾਰਚ 1993 'ਚ ਇਸ ਕੌਂਸਲ ਦੀ ਮਿਆਦ ਖਤਮ ਹੋ ਗਈ। ਨਾ ਹੀ ਪ੍ਰਧਾਨ ਮੰਤਰੀ ਨੇ ਮੁੜ ਕੌਂਸਲ ਬਣਾਈ ਅਤੇ ਨਾ ਹੀ ਮੈਂ ਮੁੜ ਕਿਸੇ ਮੀਟਿੰਗ ਲਈ ਗਿਆ। ਇੱਥੇ ਮੇਰਾ ਸੰਪਰਕ ਪ੍ਰਧਾਨ ਮੰਤਰੀਆਂ ਨਾਲ ਖਤਮ ਹੋ ਗਿਆ। 4 ਪ੍ਰਧਾਨ ਮੰਤਰੀਆਂ ਨਾਲ ਵਿਚਾਰ ਵਟਾਂਦਰਾ ਅਤੇ ਇਸ ਸਰਕਾਰੀ ਪੱਧਰ 'ਤੇ ਵਿਚਰਨਾ ਮੇਰੇ ਲਈ ਇੱਕ ਅਮੁੱਲ ਤਜਰਬਾ ਸੀ। ਇਸ ਤਰ੍ਹਾਂ ਮੈਂ 4 ਸਾਲ ਨੇੜਿਓਂ ਹੋ ਕੇ ਵਿੱਚ ਵੜ ਕੇ ਕੇਂਦਰੀ ਸਰਕਾਰ ਚੱਲਦੀ ਵੇਖੀ, ਪਾਰਲੀਮੈਂਟ ਵਿੱਚ ਬੈਠ ਕੇ ਮੈਂਬਰਾਂ ਵਿੱਚ ਬਹਿਸ ਤੇ ਗਾਲੀ ਗਲੋਚ ਵੀ ਵੇਖਿਆ ਅਤੇ ਪ੍ਰਧਾਨ ਮੰਤਰੀ 4 ਵੇਖੇ, ਅਲੱਗ-ਅਲੱਗ ਤਬੀਅਤ, ਸ਼ਖਸੀਅਤ ਤੇ ਕਾਬਲੀਅਤ। ਮੈਂ ਆਖਰ ਇਸ ਨਤੀਜੇ 'ਤੇ ਪਹੁੰਚਿਆ ਕਿ ਉੱਚ ਪਦਵੀਆਂ 'ਤੇ ਬੈਠੇ ਲੋਕ ਘੱਟ ਹੀ ਉਹਨਾਂ ਪਦਵੀਆਂ ਦੇ ਹਾਣਦੇ ਹਨ ਅਤੇ ਦੇਸ਼ ਪ੍ਰਤੀ ਸੁਹਿਰਦਤਾ ਸ਼ਾਇਦ ਆਖਰੀ ਪਹਿਲ ਤਾਂ ਹੈ ਇਹਨਾਂ ਲਈ। ਸਵਾਰਥ, ਗੱਠਜੋੜ, ਸੱਤਾ ਲਈ ਹੋੜ ਅਤੇ ਭ੍ਰਿਸ਼ਟਾਚਾਰ ਕੰਮ ਚੋਰੀ ਦਾ ਬੋਲਬਾਲਾ ਹੈ। ਇਸ ਨਕਾਲਖਾਨੇ ਵਿੱਚ ਕਿਸੇ ਤੂਤੀ ਦੀ ਕੋਈ ਨਹੀਂ ਸੀ ਸੁਣਦਾ। ਹਨੇਰੇ 'ਚ ਲੱਤਾਂ ਵੱਜ ਰਹੀਆਂ ਹਨ। ਸਿਆਸੀ ਲੀਡਰਾਂ ਦੀ ਪਹਿਲ ਸਿਆਸੀ ਗੱਠਜੋੜ ਹੈ। ਲੋਕ ਭਲਾਈ ਦਾ ਸਾਰਾ ਆਧਾਰ ਵੋਟਾਂ ਲੈਣ ਦਾ ਹੈ ਅਤੇ ਦਿਖਾਵਾ ਅਤੇ ਪ੍ਰਚਾਰ ਹੈ। ਇਸ ਤੋਂ ਉੱਪਰ ਜਨਤਾ ਸਿਰਫ ਕੀੜੇ ਮਕੌੜੇ ਹਨ। ਸਿਆਸੀ ਸੱਤਾ ਹਥਿਆਉਣਾ ਅਤੇ ਸੱਤਾ 'ਚ ਬਣੇ ਰਹਿਣਾ ਜਿਵੇਂ ਕਿਵੇਂ ਵੀ ਹੋਵੇ, ਸਿਆਸੀ ਲੀਡਰਾਂ ਦਾ ਇੱਕੋ ਇੱਕ ਟੀਚਾ ਹੈ। ਪਾਰਟੀ ਕੋਈ ਵੀ ਹੋਵੇ, ਫਰਕ ਨਹੀਂ। ਅਸੀਂ ਆਮ ਕਹਿੰਦੇ ਹਾਂ ਕਿ ਸਿਆਸੀ ਅਤੇ ਸਮਾਜਿਕ ਕਦਰਾਂ ਕੀਮਤਾਂ 'ਚ ਨਿਘਾਰ ਆਇਆ। ਮੇਰੇ ਵਿਚਾਰ ਵਿੱਚ ਕਦਰਾਂ ਕੀਮਤਾਂ ਬਣੀਆਂ ਹੀ ਨਹੀਂ। ਅੰਗਰੇਜ਼ਾਂ ਦੇ ਜ਼ਮਾਨੇ ਦੀ ਇੱਕ ਰੋਡ ਬਣੀ ਹੋਈ ਸੀ, ਜਿਹਨੂੰ ਪਹਿਲੋਂ ਪਹਿਲ ਆਜ਼ਾਦੀ ਲਈ ਜੂਝਦੇ ਆਏ ਸਿਆਸੀ ਲੀਡਰਾਂ ਨੇ ਕੁਝ ਦੇਰ ਲਈ ਸੰਭਾਲਿਆ, ਪਰ ਸਵਾਰਥੀ ਹੱਥਾਂ ਵਿੱਚ ਆ ਕੇ ਰੋਡ ਖਤਮ ਹੋ ਗਈ ਅਤੇ ਕੋਈ ਮਿਆਰ ਨਾ ਬਣ ਸਕੇ। ਇਸ ਕਰਕੇ ਹੁਣ ਦੀ ਸਿਆਸਤ ਵਿੱਚ ਆਪੋ ਧੱਪ ਪੈ ਗਈ। ਪੰਡਿਤ ਨਹਿਰੂ ਦੇ ਕਹਿਣ ਅਨੁਸਾਰ ਦੇਸ਼ ਦੀ ਵਾਗਡੋਰ ਮੋਟੇ ਦਿਮਾਗ, ਮੋਟੀ ਚਮੜੀ, ਚੌੜੇ ਮੂੰਹਾਂ ਵਾਲੇ ਅਤੇ ਮੋਟੇ ਡੋਲਿਆਂ ਵਾਲੇ ਲੀਡਰਾਂ ਦੇ ਹੱਥ ਆ ਗਈ ਹੈ, ਜਿਸ ਤੋਂ ਪੰਡਿਤ ਜੀ ਨੇ ਬਾਰ-ਬਾਰ ਜਨਤਾ ਨੂੰ ਸੁਚੇਤ ਕੀਤਾ ਸੀ।
ਪਹਿਲੋਂ ਪਹਿਲ ਸਿਆਸੀ ਲੀਡਰਾਂ ਨੇ ਅਪਰਾਧੀਆਂ ਦਾ ਸਹਾਰਾ ਲੈ ਕੇ ਧੱਕੇ ਦੀ ਵਰਤੋਂ ਸ਼ੁਰੂ ਕੀਤੀ ਤੇ ਹੌਲੀ-ਹੌਲੀ ਇਹ ਅਪਰਾਧੀ ਆਪ ਹੀ ਲੀਡਰ ਬਣ ਬੈਠੇ। ਆਖਰ ਪ੍ਰਧਾਨ ਮੰਤਰੀ ਵੀ ਤਾਂ ਇਹੋ ਜਿਹੇ ਲੀਡਰਾਂ ਦੀ ਸਹਾਇਤਾ ਨਾਲ ਚੁਣੇ ਹੋਏ ਲੀਡਰ ਹਨ। ਜੇ ਕੁਝ ਵਿਅਕਤੀ ਸਮਾਜਿਕ, ਸਿਆਸੀ ਤੇ ਇਖਲਾਕੀ ਕਦਰਾਂ ਕੀਮਤਾਂ ਪੈਦਾ ਕਰਨਾ ਚਾਹੁਣ ਤਾਂ ਇਸ ਸਿਆਸੀ ਹਜੂਮ ਵਿੱਚ ਕਿਵੇਂ ਕੁਝ ਕਰ ਸਕਦੇ ਨੇ। ਇਸ ਕਰਕੇ ਸਭ ਕੁਝ ਪਿੱਛੇ ਪਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਸਾਰੇ ਲੀਡਰ ਸਿਆਸੀ ਨੇ। ਇਸ ਕਰਕੇ ਸਭ ਕੁਝ ਪਿੱਛੇ ਪਾ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਸਾਰੇ ਲੀਡਰ ਸਿਆਸੀ ਗੱਠਜੋੜ ਤੇ ਹੱਥ ਕੰਡਿਆਂ ਵਿੱਚ ਹੀ ਰੁੱਝੇ ਰਹਿੰਦੇ ਨੇ। ਆਰਥਿਕ ਜਾਂ ਸਮਾਜਿਕ ਨੀਤੀ ਵਿੱਚ ਸੁਹਿਰਦਤਾ ਤੇ ਦੇਸ਼ ਹਿੱਤ ਦਾ ਦਿਖਾਵਾ ਸਿਆਸੀ ਮੰਤਵਾਂ ਲਈ ਕੀਤਾ ਜਾਂਦਾ ਹੈ ਤੇ ਵਰਤਿਆ ਜਾਂਦਾ ਹੈ। ਜਦੋਂ ਤੱਕ ਇਹ ਸਿਸਟਮ ਤੇ ਸਿਆਸੀ ਢਾਂਚਾ ਇਸੇ ਪ੍ਰਕਾਰ ਦਾ ਰਹੇਗਾ, ਘੱਟੋ ਘੱਟ ਮੈਨੂੰ ਕਿਸੇ ਮਸੀਹਾ ਦੇ ਪੈਦਾ ਹੋਣ ਦੀ ਕੋਈ ਆਸ ਨਹੀਂ ਜੋ ਦੇਸ਼ ਨੂੰ ਇਸ ਜਿੱਲਣ 'ਚੋਂ ਕੱਢ ਸਕੇ। ਇਹ ਤਾਂ ਸਿਸਟਮ ਹੀ ਟੁੱਟੇਗਾ ਜਾਂ ਬਦਲਿਆ ਜਾਏਗਾ ਤਾਂ ਜੋ ਜਨਤਾ ਆਪਣੀ ਆਪ ਦੇ ਬੇਲਾਗ ਤੇ ਸੁਹਿਰਦ ਨੁਮਾਇੰਦੇ ਚੁਣ ਸਕੇ। ਨਹੀਂ ਤਾਂ ਦੇਸ਼ ਇਸ ਸਿਆਸੀ ਜਿੱਲਣ 'ਚ ਫਸਿਆ ਸਮਾਜਿਕ ਤੌਰ ਤੇ ਨਿੱਘਰਦਾ ਜਾਏਗਾ ਤੇ ਇਸ ਦੀ ਆਰਥਿਕ ਬੇੜੀ ਤੂਫਾਨਾਂ ਦੇ ਥਪੇੜੇ ਖਾਂਦੀ ਰਹੇਗੀ। ਧੰਨਵਾਦ।